ਹੈਲੋ ਸਟੂਡੈਂਟਸ, ਸਾਰਥੀ ਐਜੂਕੇਟਰ ਦੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਬੰਦਾ ਸਿੰਘ ਬਹਾਦਰ। ਬੰਦਾ ਸਿੰਘ ਬਹਾਦਰ ਪੰਜਾਬ ਦੇ ਮਹਾਨ ਜਰਨੈਲਾਂ ਵਿੱਚੋਂ ਇੱਕ ਜਰਨੈਲ ਬੰਦਾ ਸਿੰਘ ਬਹਾਦਰ, ਜਦੋਂ ਗੁਰੂ ਗੋਬਿੰਦ ਸਿੰਘ ਜੀ 1708 ਦੇ ਵਿੱਚ ਜੋਤੀ ਜੋਤ ਸਮਾ ਗਏ, ਉਸ ਸਮੇਂ ਸਿੱਖਾਂ ਦੀ ਵਾਗਡੋਰ ਕਿਹੜੇ ਜਰਨੈਲ ਨੇ ਸੰਭਾਲੀ? ਉਹਨਾਂ ਵਿੱਚੋਂ ਇੱਕ ਬੰਦਾ ਸਿੰਘ ਬਹਾਦਰ। ਤੇ ਉਹਨਾਂ ਦੇ ਜੀਵਨ ਬਾਰੇ ਅੱਜ ਆਪਾਂ ਜਾਣਨਾ ਚਾਹਾਂਗੇ ਵੀ ਉਹਨਾਂ ਦਾ ਜੀਵਨ ਹੈ, ਉਹਨਾਂ ਦੀਆਂ ਕਿਹੜੀਆਂ ਲੜਾਈਆਂ ਹੈ ਤੇ ਉਹਨਾਂ ਦੀਆਂ ਪੰਜਾਬ ਦੇ ਇਤਿਹਾਸ ਵਿੱਚ ਜਾਂ ਪੰਜਾਬ ਦੇ ਸੁਸਾਇਟੀ ਦੇ ਵਿੱਚ ਕੀ ਪ੍ਰਾਪਤੀਆਂ ਨੇ, ਤੇ ਉਹਨਾਂ ਬਾਰੇ ਆਪਾਂ ਜਾਣਨਾ ਚਾਹੁੰਦੇ ਹਾਂ। ਪੰਜਾਬ ਦਾ ਜਦੋਂ ਵੀ ਕੋਈ PSSC ਐਗਜ਼ਾਮ ਹੋਏ, ਚਾਹੇ PPSC ਦਾ ਐਗਜ਼ਾਮ ਹੋਵੇ, ਚਾਹੇ ਪੰਜਾਬ ਪੁਲਿਸ ਦਾ ਐਗਜ਼ਾਮ ਹੋਵੇ, ਕਿਸੇ ਵੀ ਤਰ੍ਹਾਂ ਦਾ ਜੋ ਪੰਜਾਬ ਲੈਵਲ ਦਾ ਜੋ ਐਗਜ਼ਾਮ ਹੈ, ਉਹਦੇ ਵਿੱਚ ਬੰਦਾ ਸਿੰਘ ਬਹਾਦਰ ਤੋਂ ਜਦੋਂ ਹਿਸਟਰੀ ਤੋਂ ਕੁਐਸਚਨ ਆਉਂਦਾ ਹੈ ਤਾਂ ਇੱਕ ਜਾਂ ਦੋ ਕੁਐਸਚਨ ਬੰਦਾ ਸਿੰਘ ਬਹਾਦਰ ਤੋਂ ਪੁੱਛੇ ਜਾਂਦੇ ਨੇ, ਤੇ ਆਪਾਂ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਵੱਖ-ਵੱਖ ਨਾਂ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ। ਬਚਪਨ ਦਾ ਜੋ ਨਾਂ ਹੈ ਉਹਨਾਂ ਦਾ ਲਛਮਣ ਦਾਸ ਹੈ। ਉਸ ਤੋਂ ਬਾਅਦ ਉਹਨਾਂ ਦਾ ਨਾਂ ਜਦੋਂ ਹਿਰਨੀ ਦੀ ਮੌਤ ਤੋਂ ਬਾਅਦ, ਗਰਭਵਤੀ ਹਿਰਨੀ ਦੀ ਮੌਤ ਤੋਂ ਬਾਅਦ ਜਦੋਂ ਉਹਨਾਂ ਦਾ ਹੱਦਿਆ ਪਰਿਵਰਤਨ ਹੋ ਜਾਂਦਾ, ਉਸ ਤੋਂ ਬਾਅਦ ਜੋ ਨਾਂ ਹੈ ਉਹਨਾਂ ਦਾ ਬੰਦਾ ਬੈਰਾਗੀ। ਫਿਰ ਉਹ ਜਦੋਂ ਫਕੀਰ ਬਣ ਜਾਂਦੇ ਨੇ, ਉਸ ਤੋਂ ਉਹਨਾਂ ਦਾ ਨਾਂ ਹੈ ਮਾਧੋ ਦਾਸ। ਤੇ ਉਸ ਤੋਂ ਬਾਅਦ ਗੋਬਿੰਦ ਸਿੰਘ ਦੁਆਰਾ ਦਿੱਤਾ ਗਿਆ ਨਾਂ ਹੈ ਗੁਰਬਖਸ਼। ਤੇ ਪੰਜਾਬ ਦੇ ਵਿੱਚ ਸਿੱਖ ਸੰਗਤਾਂ ਨੇ ਉਹਨਾਂ ਦਾ ਨਾਂ ਰੱਖਿਆ ਬੰਦਾ ਬਹਾਦਰ। ਤਾਂ ਆਓ ਜਾਣਦੇ ਹਾਂ ਬੰਦਾ ਸਿੰਘ ਬਹਾਦਰ ਬਾਰੇ ਕੀ ਉਪਲਬਧ ਜੋ ਮਹੱਤਵਪੂਰਨ ਜਾਣਕਾਰੀ ਹੈ, ਜੋ ਐਗਜ਼ਾਮ ਪੁਆਇੰਟ ਆਫ ਵਿਊ ਬਹੁਤ ਹੀ ਇੰਪੋਰਟੈਂਟ ਹੈ। ਬੰਦਾ ਸਿੰਘ ਬਹਾਦਰ ਦਾ ਜੋ ਟਾਈਮ ਪੀਰੀਅਡ ਹੈ ਪੰਜਾਬ ਦੇ ਵਿੱਚ, ਉਹ ਹੈ 1708 ਤੋਂ 1716। 1708 ਤੋਂ 1716 ਯਾਦ ਰੱਖਣਾ ਹੈ, ਭੁੱਲਣਾ ਨਹੀਂ ਹੈ। ਉਸ ਤੋਂ ਬਾਅਦ ਇਹਨਾਂ ਜੋ ਜਨਮ ਹੈ, ਜਨਮ ਵੈਸੇ ਤਾਂ ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਅਲੱਗ-ਅਲੱਗ ਡੇਟ ਹੈ, ਪਰ ਜਿਹੜੀ ਜੈਨੂਅਨ ਡੇਟ ਜਿਹੜੀ ਜ਼ਿਆਦਾਤਰ ਮੰਨੀ ਗਈ ਹੈ 27 ਅਕਤੂਬਰ 1670 ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਡੀਅਰ ਕਿੱਥੇ ਹੋਇਆ ਇਹ ਵੀ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ। ਰਾਜੌਰੀ ਕਸ਼ਮੀਰ ਵਿੱਚ ਹੋਇਆ ਹੈ। ਰਾਜੌਰੀ ਕਸ਼ਮੀਰ ਯਾਦ ਰੱਖਣਾ ਹੈ, ਭੁੱਲਣਾ ਬਿਲਕੁਲ ਨਹੀਂ। ਰਾਜੌਰੀ ਕਸ਼ਮੀਰ। ਜੋ ਇਹਨਾਂ ਦੇ ਪਿਤਾ ਦਾ ਨਾਂ ਹੈ ਉਹ ਹੈ ਰਾਜਪੂਤ, ਡੋਗਰਾ ਰਾਜਪੂਤ ਸੀ ਰਾਮਦੇਵ। ਜੋ ਜਾਤੀ ਹੈ ਡੋਗਰਾ ਰਾਜਪੂਤ। ਇਹਨਾਂ ਦੀ ਜਿਹੜੀ ਬਚਪਨ ਦਾ ਜੋ ਨਾਂ ਹੈ ਆਪਾਂ ਨੂੰ ਮਿਲਦਾ ਹੈ ਲਛਮਣ ਦਾਸ। ਬਚਪਨ ਦਾ ਇਹਨਾਂ ਦਾ ਕੀ ਨਾਂ ਹੈ ਡੀਅਰ? ਲਛਮਣ ਦਾਸ। ਅਲੱਗ-ਅਲੱਗ ਪੇਪਰਾਂ ਦੇ ਵਿੱਚ ਕਈ ਵਾਰੀ ਇਹ ਕੁਐਸਚਨ ਪੁੱਛਿਆ ਹੈ ਵੀ ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਕੀ ਹੈ? ਲਛਮਣ ਦਾਸ ਹੈ। ਯਾਦ ਰੱਖਣਾ, ਭੁੱਲਣਾ ਨਹੀਂ ਹੈ। ਇਹਨਾਂ ਨੂੰ ਇੱਕ ਵਿਸ਼ੇਸ਼ ਰੁਚੀ ਜਿਹੜੀ ਸੀ, ਉਹ ਰੁਚੀ ਹੈ ਇਹ ਸ਼ਿਕਾਰ ਖੇਡਦੇ ਸੀ। ਕੀ ਖੇਡਦੇ ਸੀ? ਸ਼ਿਕਾਰ। ਤਾਂ ਇਹਨਾਂ ਦੀ ਰੁਚੀ ਜੋ ਹੈ ਸ਼ਿਕਾਰ ਖੇਡਣਾ। ਬਚਪਨ ਦੇ ਵਿੱਚ ਜੋ ਰੁਚੀ ਰਹੀ ਹੈ ਇਹਨਾਂ ਦੀ ਸ਼ਿਕਾਰ ਖੇਡਣਾ। ਯਾਦ ਰੱਖਣਾ, ਭੁੱਲਣਾ ਨਹੀਂ ਹੈ। ਇੱਕ ਦਿਨ ਦਾ ਸਮਾਂ ਹੈ ਜਦੋਂ ਇਹ ਜੰਗਲ ਦੇ ਵਿੱਚ ਸ਼ਿਕਾਰ ਖੇਡ ਰਹੇ ਸੀ। ਉਸ ਟਾਈਮ ਇਹਨਾਂ ਦਾ ਜੋ ਤੀਰ ਹੈ ਉਹ ਇੱਕ ਗਰਭਵਤੀ ਹਿਰਨੀ ਦੇ ਪੇਟ ਵਿੱਚ ਲੱਗਦਾ ਹੈ, ਤਾਂ ਹਿਰਨੀ ਸਮੇਤ ਉਹਦੇ ਨਵਜਾਤ ਬੱਚੇ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਹਰਦਿਆ ਪਰਿਵਰਤਨ ਹੋ ਜਾਂਦਾ ਹੈ। ਉਹ ਜਿਹੜਾ ਯੋਧਾ ਵਰੀਅਰ ਕਲਾਸ ਜੋ ਲਾਈਫ ਹੈ ਉਹਨੂੰ ਛੱਡ ਕੇ ਉਹ ਕੀ ਬਣ ਜਾਂਦੇ ਨੇ? ਫਕੀਰ ਬਣ ਜਾਂਦੇ ਨੇ। ਤੇ ਫਕੀਰ ਰਾਜੌਰੀ ਕਸ਼ਮੀਰ ਨੂੰ ਛੱਡ ਦਿੰਦੇ ਨੇ ਤੇ ਗੋਦਾਵਰੀ ਨਦੀ ਦੇ ਕੰਢੇ ਨੰਦੇੜ ਮਹਾਰਾਸ਼ਟਰ ਦੇ ਵਿੱਚ ਇੱਕ ਗੁਰੂ, ਇੱਕ ਮਹੰਤ ਕੋਲ ਜਾ ਕੇ ਬੈਠਦੇ ਨੇ। ਤੇ ਉੱਥੇ ਮਤਲਬ ਫਕੀਰੀ ਜੋ ਇਹਨਾਂ ਦੇ ਜੀਵਨ ਦੇ ਵਿੱਚ ਆਈ ਹੈ, ਮਹੰਤ ਜੋ ਗੁਰੂ ਜਿਹੜੇ ਇੰਪੋਰਟੈਂਟ ਨੇ ਇਹਨਾਂ ਦੇ, ਉਹਨਾਂ ਬਾਰੇ ਵੀ ਆਪਾਂ ਜਾਣਕਾਰੀ ਪਾਉਂਦੇ। ਸ਼ਿਕਾਰ ਖੇਡਣਾ। ਤਾਂ ਕਿਹਦੀ ਮੌਤ ਹੋਈ ਹੈ ਡੀਅਰ? ਗਰਭਵਤੀ ਹਿਰਨੀ ਦੀ ਮੌਤ। ਤੇ ਇਸ ਨਾਲ ਕੀ ਪ੍ਰਭਾਵ ਪੈਂਦਾ ਹੈ ਡੀਅਰ? ਬੰਦਾ ਸਿੰਘ ਬਹਾਦਰ ਕੀ ਬਣ ਜਾਂਦੇ ਨੇ? ਸਾਧੂ ਬਣ ਜਾਂਦੇ ਨੇ। ਕੀ ਬਣ ਜਾਂਦੇ ਨੇ? ਸਾਧੂ ਬਣ ਜਾਂਦੇ ਨੇ। ਇਸ ਘਟਨਾ ਤੋਂ ਬਾਅਦ ਰਾਜੌਰੀ ਕਸ਼ਮੀਰ ਨੂੰ ਛੱਡ ਦਿੰਦੇ ਨੇ ਤੇ ਨੰਦੇੜ ਮਹਾਰਾਸ਼ਟਰ ਵਿੱਚ ਆ ਜਾਂਦੇ ਨੇ। ਗੋਦਾਵਰੀ ਨਦੀ ਦੇ ਕੰਢੇ ਕਿੱਥੇ ਪਹੁੰਚ ਜਾਂਦੇ ਨੇ? ਗੋਦਾਵਰੀ ਨਦੀ, ਨੰਦੇੜ ਮਹਾਰਾਸ਼ਟਰ। ਯਾਦ ਰੱਖਣਾ, ਭੁੱਲਣਾ ਨਹੀਂ ਹੈ। ਹੁਣ ਮੌਕੇ ਦੇ ਵਿੱਚ ਨੰਦੇੜ ਮਹਾਰਾਸ਼ਟਰ ਦੇ ਵਿੱਚ ਜਿਹੜਾ ਗੁਰਦੁਆਰਾ ਸਮਰਪਿਤ ਹੈ, ਹਜੂਰ ਸਾਹਿਬ ਗੁਰਦੁਆਰਾ, ਜਿਹੜਾ 5 ਤਖਤ ਮੰਨਿਆ ਗਿਆ ਹੈ। ਨੰਦੇੜ ਹਜੂਰ ਸਾਹਿਬ ਤਖਤ ਜਿਹੜਾ ਹੈ ਉਹ ਕਿੱਥੇ ਸਿਚੁਏਟਡ ਹੈ? ਨੰਦੇੜ ਮਹਾਰਾਸ਼ਟਰ ਦੇ ਵਿੱਚ ਸਿਚੁਏਟਡ ਹੈ। ਜੋ ਕਿਹੜੇ
ਜਰਨੈਲ ਨੂੰ ਸਮਰਪਿਤ ਹੈ, ਬੰਦਾ ਸਿੰਘ ਬਹਾਦਰ ਐਂਡ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਇਹ ਹਜੂਰ ਸਾਹਿਬ ਤਖਤ ਨੰਦੇੜ ਮਹਾਰਾਸ਼ਟਰਾ। ਤੇ ਇਹ ਇੱਥੇ ਗੁਰੂ ਧਾਰਨ ਕਰਦੇ ਨੇ। ਕੀ ਕਰਦੇ ਨੇ? ਗੁਰੂ। ਹਿਸਟਰੀ ਦੇ ਵਿੱਚ ਇਹਨਾਂ ਦੇ ਦੋ ਗੁਰੂ ਆਪਾਂ ਨੂੰ ਵੇਖਣ ਦੇ ਮਿਲਦੇ ਨੇ। ਪਹਿਲਾ ਗੁਰੂ ਹੈ ਜਾਨਕੀ ਪ੍ਰਸਾਦ। ਜਾਨਕੀ ਪ੍ਰਸਾਦ, ਇਹਨਾਂ ਤੋਂ ਇਹ ਜ਼ਿਆਦਾ ਖੁਸ਼ ਨਹੀਂ ਹੁੰਦੇ, ਬਟ ਜਿਹੜਾ ਸੈਕੰਡ ਗੁਰੂ ਨੇ, ਦੂਜੇ ਗੁਰੂ ਜਿਹੜੇ ਮਿਲਦੇ ਨੇ ਉਹਨਾਂ ਦਾ ਨਾਮ ਹੈ ਓਘਾਰਨਾਥ। ਕਿਆ ਨਾਮ ਹੈ? ਓਘਾਰਨਾਥ। ਓਘਾਰਨਾਥ ਯਾਦ ਰੱਖਣਾ, ਭੁੱਲਣਾ ਨਹੀਂ ਹੈ। ਓਘਾਰਨਾਥ ਇਹ ਗੁਰੂ ਆਪਣੇ ਬੰਦਾ ਸਿੰਘ ਬਹਾਦਰ ਨੂੰ ਜਾਦੂ ਟੂਣਾ ਵਿਦਿਆ ਸਿਖਾਉਂਦੇ ਨੇ। ਕਿਹੜੀ ਵਿਦਿਆ ਸਿਖਾਉਂਦੇ ਨੇ? ਜਾਦੂ ਟੂਣਾ ਵਿਦਿਆ ਸਿੱਖਦੇ ਨੇ। ਕੌਣ? ਬੰਦਾ ਸਿੰਘ ਬਹਾਦਰ। ਇਹਨਾਂ ਕੋਲ ਯਾਦ ਰੱਖਣਾ, ਭੁੱਲਣਾ ਨਹੀਂ। ਜਾਦੂ ਟੂਣਾ ਵਿਦਿਆ ਸਿੱਖਦੇ ਨੇ ਬੰਦਾ ਸਿੰਘ ਬਹਾਦਰ। ਕਿੱਥੇ? ਨੰਦੇੜ ਮਹਾਰਾਸ਼ਟਰਾ ਦੇ ਵਿੱਚ। ਕਿਹੜੇ ਮਹੰਤ ਕੋਲ? ਓਘਾਰਨਾਥ ਕੋਲ। ਕਿਹੜੇ ਕੋਲ? ਓਘਾਰਨਾਥ ਕੋਲ। ਨੈਕਸਟ ਆਪਾਂ ਅੱਗੇ ਚੱਲਦੇ ਹਾਂ। ਇਸ ਤੋਂ ਇਲਾਵਾ ਜਿਹੜੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵਿੱਚ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਵੀ ਇਹਨਾਂ ਦੇ ਵੱਖ-ਵੱਖ ਨਾਮ ਕੀ ਨੇ, ਤਾਂ ਇਹਨਾਂ ਦੇ ਅਲੱਗ-ਅਲੱਗ ਨਾਮ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ। ਬੰਦਾ ਸਿੰਘ ਬਹਾਦਰ ਦੇ ਨਾਮ, ਬੰਦਾ ਸਿੰਘ ਬਹਾਦਰ ਦੇ ਨਾਮ, ਬੰਦਾ ਸਿੰਘ ਬਹਾਦਰ ਦੇ ਨਾਮ ਆਪਾਂ ਕਿਹੜੇ-ਕਿਹੜੇ ਨੇ ਇਹ ਵੀ ਯਾਦ ਰੱਖਣ ਯੋਗ ਹੈ। ਬੰਦਾ ਸਿੰਘ ਬਹਾਦਰ ਦੇ ਨਾਂ। ਸਾਰਿਆਂ ਕੋਲੇ ਕਾਪੀ ਹੋਣਾ ਚਾਹੀਦਾ ਹੈ, ਪੈਨ ਹੋਣਾ ਚਾਹੀਦਾ ਹੈ, ਨੋਟ ਡਾਊਨ ਕਰਨਾ ਹੈ ਡੀਅਰ। ਜੋ ਵੀ ਇੰਪੋਰਟੈਂਟ ਪੇਪਰ ਪੁਆਇੰਟ ਆਫ ਵਿਊ ਗੱਲਾਂ ਹੈ ਉਹ ਸਾਰੀਆਂ ਆਪਾਂ ਨੋਟ ਡਾਊਨ ਕਰਨੀਆਂ, ਤਾਂ ਕਿ ਐਗਜ਼ਾਮ ਦੇ ਟਾਈਮ ਕੁਝ ਦਿਨ ਪਹਿਲੇ ਜਾਂ ਹਫਤੇ ਪਹਿਲੇ ਆਪਾਂ ਦੁਬਾਰਾ ਜੋ ਵੀ ਪੇਪਰ ਪੁਆਇੰਟ ਆਫ ਵਿਊ ਫੈਕਟਸ ਨੇ ਸਾਰੇ ਆਪਾਂ ਦੁਬਾਰਾ ਰਿਵੀਜ਼ ਕਰ ਸਕੀਏ। ਕਲਾਸ ਵੇਖਣ 'ਚ ਬਹੁਤ ਟਾਈਮ ਲੱਗਦਾ ਹੈ, ਬਾਰ-ਬਾਰ ਆਪਾਂ ਕਲਾਸ ਨਹੀਂ ਵੇਖ ਸਕਦੇ, ਬਟ ਅਗਰ ਕਾਪੀ ਪੈਨ ਆਪਣੇ ਕੋਲੇ ਹੋਊਗਾ, ਜਿਹੜੇ ਨੋਟਸ ਤਿਆਰ ਹੋਣਗੇ ਉਹਨਾਂ ਦੇ ਵਿੱਚੋਂ ਆਪਾਂ ਕੀ ਕਰ ਸਕਦੇ ਹਾਂ? ਬੰਦਾ ਸਿੰਘ ਬਹਾਦਰ ਦਾ ਚੈਪਟਰ ਖੋਲ੍ਹ ਕੇ ਆਪਾਂ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ, ਰਿਵੀਜ਼ਨ ਕਰ ਸਕਦੇ ਹਾਂ, ਜੋ ਐਗਜ਼ਾਮ ਦੇ ਵਿੱਚ ਤੁਹਾਡੇ ਲਈ ਬਹੁਤ ਇੰਪੋਰਟੈਂਟ ਮਹੱਤਵਪੂਰਨ ਰਹਿਣ ਵਾਲੀ ਹੈ। ਤਾਂ ਜਿਹੜੇ ਬਚਪਨ ਦੇ ਨਾਂ ਕਿਹੜੇ-ਕਿਹੜੇ ਜੋ ਬੰਦਾ ਸਿੰਘ ਬਹਾਦਰ ਦੇ ਵੱਖ-ਵੱਖ ਨਾਂ ਨੇ ਕਿਹੜੇ ਨੇ? ਤਾਂ ਇਹਨਾਂ ਦਾ ਪਹਿਲਾ ਨਾਂ ਹੈ ਲਛਮਣ ਦਾਸ। ਕੌਣ ਸਾ ਨਾਮ ਹੈ ਡੀਅਰ? ਲਛਮਣ ਦਾਸ। ਇਹ ਇਹਨਾਂ ਦਾ ਕਿੱਥੇ ਨਾਂ ਰੱਖਿਆ ਗਿਆ ਹੈ? ਰਾਜੌਰੀ ਕਸ਼ਮੀਰ। ਰਾਜੌਰੀ ਕਸ਼ਮੀਰ। ਇਹ ਕੁਐਸਚਨ ਬਹੁਤ ਸਾਰੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ, ਚਾਹੇ PPSC ਹੋਵੇ, ਚਾਹੇ PPSP ਹੋਵੇ, ਚਾਹੇ ਪੰਜਾਬ ਪੁਲਿਸ ਹੋਵੇ। ਬਚਪਨ ਦਾ ਨਾਂ ਹੈ ਇਹ, ਬਚਪਨ ਦਾ ਨਾਂ। ਇਹ ਇੰਪੋਰਟੈਂਟ ਹੈ, ਯਾਦ ਰੱਖਣਾ, ਭੁੱਲਣਾ ਨਹੀਂ ਹੈ। ਇਸ ਤੋਂ ਬਾਅਦ ਇਹਨਾਂ ਦਾ ਇੱਕ ਹੋਰ ਨਾਂ ਆਪਾਂ ਨੂੰ ਮਿਲਦਾ ਹੈ ਬੰਦਾ ਬੈਰਾਗੀ। ਕਿਆ ਨਾਮ ਹੈ? ਬੰਦਾ ਬੈਰਾਗੀ। ਇਹ ਨਾਂ ਇਹਨਾਂ ਦੇ ਸਾਧ ਬਣਨ ਤੇ ਰੱਖਿਆ ਗਿਆ, ਬੰਦਾ ਇਹ ਬੈਰਾਗੀ। ਇੱਕ ਹੋਰ ਨਾਂ ਇਹਨਾਂ ਦਾ ਮਿਲਦਾ ਹੈ ਮਾਧੋ ਦਾਸ। ਕੌਣ ਸਾ ਨਾਮ ਮਿਲता है? ਮਾਧੋ ਦਾਸ। ਇਹ ਨਾਮ ਵੀ ਨੰਦੇੜ ਮਹਾਰਾਸ਼ਟਰਾ ਦੇ ਵਿੱਚ ਰੱਖਿਆ ਗਿਆ ਹੈ। ਨੰਦੇੜ ਮਹਾਰਾਸ਼ਟਰਾ ਯਾਦ ਰੱਖਣਾ, ਭੁੱਲਣਾ ਨਹੀਂ ਹੈ। ਕਹਾਂ ਪਰ ਡੀਅਰ? ਨੰਦੇੜ ਮਹਾਰਾਸ਼ਟਰਾ ਦੇ ਵਿੱਚ ਇਹ ਰੱਖੇ ਗਏ ਨਾਂ ਨੇ ਕਿਹੜੇ ਮਹਾਨ ਜਰਨੈਲ ਦੇ? ਬੰਦਾ ਸਿੰਘ ਬਹਾਦਰ। ਮਹਾਰਾਸ਼ਟਰਾ ਥੋੜਾ ਬਹੁਤ ਲਿਖਣ ਦੇ ਵਿੱਚ ਅੱਗੇ ਪਿੱਛੇ ਹੋ ਸਕਦੀ ਹੈ, ਪਰ ਫੈਕਟ ਬਿਲਕੁਲ ਜੈਨੂਇਨ ਹੋਣਗੇ, ਜੋ ਕਿਸੇ ਵੀ ਪੇਪਰ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੇ ਨੇ। ਨੰਦੇੜ ਮਹਾਰਾਸ਼ਟਰਾ, ਮਾਧੋ ਦਾਸ। ਇੱਕ ਹੋਰ ਨਾਮ ਆਪਾਂ ਨੂੰ ਇੱਥੇ ਵੇਖਣ ਨੂੰ ਮਿਲ ਰਿਹਾ ਹੈ, ਬੰਦਾ ਬੈਰਾਗੀ, ਮਾਧੋ ਦਾਸ, ਗੁਰਬਖਸ਼। ਕੌਣ ਸਾ ਨਾਮ ਹੈ ਡੀਅਰ? ਗੁਰਬਖਸ਼। ਇਹ ਨਾਂ ਗੁਰੂ ਗੋਬਿੰਦ ਸਿੰਘ ਦੁਆਰਾ ਦਿੱਤਾ ਗਿਆ। ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ ਕਿਹਨਾਂ ਦੁਆਰਾ ਦਿੱਤਾ ਗਿਆ ਨਾਂ ਹੈ? ਗੁਰੂ ਗੋਬਿੰਦ ਸਿੰਘ ਦੁਆਰਾ ਦਿੱਤਾ ਗਿਆ ਨਾਂ ਗੁਰਬਖਸ਼। ਗੁਰੂ ਗੋਬਿੰਦ ਸਿੰਘ ਮਹਾਰਾਜ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਿਤਾ, ਦਸ਼ਮੇਸ਼ ਪਿਤਾ, ਸਾਹਿਬ ਕਮਾਲ, ਜਿਨ੍ਹਾਂ ਦੀ ਇੱਕ ਵਿਲੱਖਣ ਸ਼ਖਸੀਅਤ, ਇੱਕ ਸਰਵੰਸਦਾਨੀ, ਜਿਨ੍ਹਾਂ ਦਾ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਇੱਕ ਵਿਲੱਖਣ ਸ਼ਖਸੀਅਤ ਹੈ, ਅਲੱਗ ਰੁਤਬਾ, ਅਲੱਗ ਇੱਕ ਸ਼ਾਨ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੋ ਇਹਨਾਂ ਨੂੰ ਨਾਂ ਦਿੰਦੇ ਨੇ ਗੁਰਬਖਸ਼ ਸਿੰਘ। ਇੱਕ ਹੋਰ ਨਾਂ ਇਹਨਾਂ ਦਾ ਵੇਖਣ ਨੂੰ ਮਿਲਦਾ ਹੈ, ਜੋ ਆਪਾਂ ਇਸ ਨਾਮ ਦੇ ਬਾਰੇ ਜਾਣੂ ਹੀ ਹਾਂ, ਬੰਦਾ ਸਿੰਘ ਬਹਾਦਰ। ਬੰਦਾ ਸਿੰਘ ਬਹਾਦਰ। ਇਹ ਨਾਂ ਬੰਦਾ ਸਿੰਘ ਬਹਾਦਰ, ਇਹ ਜੋ ਨਾਂ ਹੈ ਕਿਹਨਾਂ ਦੁਆਰਾ ਦਿੱਤਾ ਗਿਆ ਡੀਅਰ? ਕਿਹਨਾਂ ਦੁਆਰਾ ਦਿੱਤਾ ਗਿਆ ਹੈ? ਸਿੱਖ ਸੰਗਤਾਂ। ਸਿੱਖ ਸੰਗਤਾਂ ਦੁਆਰਾ ਇਹ ਨਾਂ ਦਿੱਤਾ ਗਿਆ ਹੈ, ਯਾਦ ਰੱਖਣਾ, ਭੁੱਲਣਾ ਨਹੀਂ। ਜਾਂ ਪੰਜਾਬ ਦੇ ਵਿੱਚ ਇਹ ਨਾਂ ਪ੍ਰਚਲਿਤ ਹੋਇਆ ਹੈ ਬੰਦਾ ਸਿੰਘ ਬਹਾਦਰ, ਯਾਦ ਰੱਖਣਾ, ਭੁੱਲਣਾ ਨਹੀਂ ਹੈ। ਸਿੱਖ ਸੰਗਤਾਂ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਨਾਂ ਦਿੱਤਾ ਗਿਆ ਬੰਦਾ ਸਿੰਘ ਬਹਾਦਰ। ਹੁਣ ਇੰਪੋਰਟੈਂਟ ਗੱਲ ਇਹ ਹੈ ਡੀਅਰ, ਬੰਦਾ ਸਿੰਘ ਬਹਾਦਰ ਇਸ ਜਦੋਂ ਗੁਰੂ ਗੋਬਿੰਦ ਸਿੰਘ ਆਪਣੇ ਲੜਾਈਆਂ ਲੜ ਰਹੇ ਨੇ, ਉਸ ਟਾਈਮ ਬੰਦਾ ਸਿੰਘ ਬਹਾਦਰ ਕਿੱਥੇ ਮੌਜੂਦ ਨੇ? ਨੰਦੇੜ ਮਹਾਰਾਸ਼ਟਰਾ ਦੇ ਵਿੱਚ ਮੌਜੂਦ ਨੇ। ਗੁਰੂ ਗੋਬਿੰਦ ਸਿੰਘ ਖਿਦਰਾਣੇ ਦੀ ਬੈਟਲ ਤੋਂ ਬਾਅਦ, ਜਫਰਨਾਮੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੀ ਮੁਲਾਕਾਤ ਕਿੱਥੇ ਹੁੰਦੀ ਹੈ? ਬੰਦਾ ਸਿੰਘ ਬਹਾਦਰ ਨਾਲ ਹੁੰਦੀ ਹੈ। ਤਾਂ ਲਿਖੋ ਗੁਰੂ ਗੋਬਿੰਦ ਸਿੰਘ
ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ। ਪਹਿਲਾ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੈ ਡੀਅਰ ਵੀ ਇਹ ਮੁਲਾਕਾਤ ਕਿਹੜੇ ਸਾਲ ਦੇ ਵਿੱਚ ਹੋਈ ਹੈ। ਬਾਰ-ਬਾਰ ਰਿਪੀਟਡ ਕੁਐਸਚਨ ਹੈ ਵੀ ਬੰਦਾ ਸਿੰਘ ਬਹਾਦਰ ਦੀ ਜਿਹੜੀ ਆਪਣੇ ਮੁਲਾਕਾਤ ਹੈ ਉਹ ਕਿਹਨਾਂ ਨਾਲ ਹੋ ਰਹੀ ਹੈ, ਗੁਰੂ ਗੋਬਿੰਦ ਸਿੰਘ ਦਸਵੇਂ ਪਿਤਾ ਕਿਹੜੇ ਸਾਲ ਦੇ ਵਿੱਚ ਹੋ ਰਹੀ ਹੈ, ਸਾਲ 1708 ਦੇ ਵਿੱਚ ਹੋ ਰਹੀ ਹੈ। ਕਿੱਥੇ ਹੋ ਰਹੀ ਹੈ ਡੀਅਰ, ਨੰਦੇੜ ਮਹਾਰਾਸ਼ਟਰ ਦੇ ਵਿੱਚ ਹੋ ਰਹੀ ਹੈ। ਕਿਹੜੀ ਨਦੀ ਦੇ ਕਿਨਾਰੇ ਹੋ ਰਹੀ ਹੈ ਡੀਅਰ, ਗੋਦਾਵਰੀ ਨਦੀ ਦੇ ਕੰਢੇ ਤੇ ਹੋ ਰਹੀ ਹੈ। ਬਹੁਤ ਹੀ ਇੰਪੋਰਟੈਂਟ ਕੁਐਸਚਨ, ਇਹ ਫੈਕਟ ਨਹੀਂ ਭੁੱਲਣਾ। ਕਿੱਥੇ, ਸਾਲ 1708 ਨੰਦੇੜ ਮਹਾਰਾਸ਼ਟਰ, 1708 ਕਿੱਥੇ ਡੀਅਰ, ਨੰਦੇੜ ਮਹਾਰਾਸ਼ਟਰ। ਬੰਦਾ ਸਿੰਘ ਬਹਾਦਰ ਨੂੰ ਕੌਣ ਮਿਲਦੇ ਨੇ, ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਾਹਿਬੇ ਕਮਾਲ। ਯਾਦ ਰੱਖਣਾ ਹੈ, ਭੁੱਲਣਾ ਨਹੀਂ ਹੈ, ਇਹ ਪੇਪਰ ਦੇ ਵਿੱਚ ਬਹੁਤ ਇੰਪੋਰਟੈਂਟ ਫੈਕਟ ਹੈ। ਨੰਦੇੜ ਮਹਾਰਾਸ਼ਟਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੰਦਾ ਸਿੰਘ ਬਹਾਦਰ ਨੂੰ ਜਗਾਉਂਦੇ ਨੇ ਵੀ ਸਾਧੂ ਹੋਣ ਨਾਲ ਸਮਾਜ ਦਾ ਭਲਾ ਨਹੀਂ ਕੀਤਾ ਜਾ ਸਕਦਾ। ਸਮਾਜ ਦੇ ਵਿੱਚ ਬਹੁਤ ਜ਼ਿਆਦਾ ਬੁਰਾਈਆਂ ਫੈਲ ਚੁੱਕੀਆਂ ਨੇ। ਸਮਾਜ ਦੇ ਵਿੱਚ ਕੁਝ ਇਹੋ ਜਿਹੇ ਭੇੜੀਏ ਆ ਚੁੱਕੇ ਨੇ ਜੋ ਗਰੀਬ ਲੋਕਾਂ ਦੇ, ਮਜ਼ਲੂਮ ਲੋਕਾਂ ਦਾ ਰਕਤ ਚੂਸ ਰਹੇ ਨੇ ਤੇ ਆਪਾਂ ਨੂੰ ਹਥਿਆਰ ਫੜ ਕੇ ਤਿਆਰ ਬਰ ਤਿਆਰ ਹੋ ਕੇ ਫਤਿਹ ਹਾਸਿਲ ਕਰਨੀ ਪੈਣੀ ਹੈ ਜੰਗ ਦੇ ਵਿੱਚ ਤੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਖਾਲਸਾ ਰਾਜ ਸਥਾਪਿਤ ਕਰਨਾ ਹੈ। ਤਾਂ ਪੰਜਾਬ ਦੇ ਲੋਕ ਸਿੱਖ ਧਰਮ ਦੇ ਵਿੱਚ ਅੱਗੇ ਪਹੁੰਚ ਸਕਦੇ ਨੇ, ਸਿੱਖ ਧਰਮ ਦਾ ਵਿੱਚ ਵਾਧਾ ਕਰ ਸਕਦੇ ਆ। ਨਹੀਂ ਤਾਂ ਸਿੱਖ ਧਰਮ ਦਿਨੋਂ ਦਿਨ ਸੁੰਗੜਦਾ ਜਾ ਰਿਹਾ ਹੈ। ਇੱਕ ਬਹੁਤ ਵੱਡੇ ਜਰਨੈਲ ਦੀ ਜ਼ਰੂਰਤ ਹੈ ਪੰਜਾਬ ਨੂੰ। ਤੇ ਫਿਰ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਉਪਦੇਸ਼ ਦਿੰਦੇ ਨੇ, ਮਜ਼ਲੂਮਾਂ ਦੀ ਰੱਖਿਆ ਕਰੋ ਤੇ ਕਿੱਥੇ ਕਰੋ, ਪੰਜਾਬ ਦੇ ਵਿੱਚ ਕਰੋ। ਯਾਦ ਰੱਖਣਾ ਭੁੱਲਣਾ ਨਹੀਂ। ਤਾਂ ਗੁਰੂ ਗੋਬਿੰਦ ਸਿੰਘ ਕੀ ਉਪਦੇਸ਼ ਦਿੰਦੇ ਨੇ ਬੰਦਾ ਸਿੰਘ ਬਹਾਦਰ ਨੂੰ, ਧਰਮ ਦੀ ਰੱਖਿਆ ਕਰੋ, ਧਰਮ ਦੀ ਰੱਖਿਆ ਕਰੋ। ਮਜ਼ਲੂਮਾਂ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ ਤੇ ਪੰਜਾਬ ਵਿੱਚ ਖਾਲਸਾ ਰਾਜ ਸਥਾਪਿਤ ਕਰੋ। ਤੇ ਇਸ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੰਦਾ ਸਿੰਘ ਬਹਾਦਰ ਨੂੰ ਸਿੱਖ ਸੈਨਾ ਦਾ, ਸਿੱਖ ਫੌਜ ਦਾ ਕਮਾਂਡਰ ਬਣਾ ਦਿੰਦੇ ਨੇ, ਜਰਨੈਲ ਬਣਾ ਦਿੰਦੇ ਨੇ। ਤੇ ਬੰਦਾ ਸਿੰਘ ਬਹਾਦਰ ਨੂੰ ਸਿੱਖ ਫੌਜਾਂ ਦੀ ਵਾਗਡੋਰ ਸੰਭਾਲ ਦਿੰਦੇ ਨੇ ਤੇ ਇਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਬ ਵੱਲ ਜੋ ਬੰਦਾ ਸਿੰਘ ਬਹਾਦਰ ਨੂੰ ਕੁਝ ਖਾਸ ਪੇਸ਼ਕਸ਼ ਦਿੰਦੇ ਨੇ ਵੀ ਕਿਹੜੇ ਕਿਹੜੇ ਜਰਨੈਲ ਦਿੱਤੇ ਜਾਂਦੇ ਤੇ ਲਿਖੋ 5 ਜਰਨੈਲ ਬੰਦਾ ਸਿੰਘ ਬਹਾਦਰ। ਔਰ ਸੈਨਾਪਤੀ ਕੌਣ ਹੈ, ਬੰਦਾ ਸਿੰਘ ਬਹਾਦਰ। ਤਾਂ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਵੱਲ ਜਾਂਦੇ ਨੇ ਤਾਂ ਪੰਜਾਬ ਵੱਲ ਚੜ੍ਹਾਈ ਕਰਦੇ ਨੇ ਤਾਂ ਉਸ ਸਮੇਂ ਜਿਹੜਾ 5 ਜਰਨੈਲ ਕਿਹੜੇ ਕਿਹੜੇ ਨੇ, 5 ਤੀਰ ਦਿੱਤੇ ਗਏ ਨੇ, 5 ਜਰਨੈਲ ਦਿੱਤੇ ਗਏ ਨੇ, ਸਿੱਖ ਸੈਨਾ ਦੀ ਟੁਕੜੀ ਦਿੱਤੀ ਗਈ ਹੈ, ਨਗਾੜਾ ਦਿੱਤਾ ਗਿਆ, ਕੇਸਰੀ ਝੰਡਾ ਦਿੱਤਾ ਗਿਆ। ਤੇ ਇਹ ਆਪਾਂ ਜਾਣਦੇ ਹਾਂ ਵੀ ਕਿਹੜੇ ਕਿਹੜੇ 5 ਜਰਨੈਲ ਨੇ। ਪਹਿਲਾ ਹੈ ਭਾਈ ਕਾਨ ਸਿੰਘ, ਭਾਈ ਕਾਨ ਸਿੰਘ ਜੀ। ਬਾਜ ਸਿੰਘ ਜੀ, ਵਿਨੋਦ ਸਿੰਘ, ਭਾਈ ਦਇਆ ਸਿੰਘ, ਤੇ ਭਾਈ ਰਾਮ ਸਿੰਘ। ਇਹ 5 ਜਰਨੈਲ ਜਿਹੜੇ ਹੈ ਬੰਦਾ ਸਿੰਘ ਬਹਾਦਰ ਤੇ ਇਹਨਾਂ ਦੇ ਸੈਨਾਪਤੀ ਇਹ ਰਲ ਕੇ ਕਿੱਧਰ ਚੜਾਈ ਕਰਨੇ ਨੇ, ਪੰਜਾਬ ਵੱਲ ਚੜਾਈ ਕਰ ਰਹੇ ਨੇ। ਤੇ ਕਿਹੜੀ ਹਕੂਮਤ ਦੇ ਨਾਲ ਟਾਕਰਾ ਲੈਣ ਚਾਹੁੰਦੇ ਨੇ, ਮੁਗਲ ਹਕੂਮਤ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਲਹੂ ਚੂਸ ਖਾ ਪੀ ਰਿਹਾ ਹੈ। ਮਤਲਬ ਬਹੁਤ ਜ਼ਿਆਦਾ ਦਰਿੰਦੇ ਲੋਕ, ਇਹਨਾਂ ਨੂੰ ਹਟਾਉਣਾ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ। ਤੇ ਇਹਨਾਂ ਦੇ ਵਿੱਚ ਇਹਨਾਂ ਦਾ ਜਬ ਤੋਂ ਜਿਹੜਾ ਮੇਨ ਜਿਹੜਾ ਹੈ ਵਜ਼ੀਰ ਖਾਂ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀ ਜਿਹੜੀ ਕੰਧ ਹੈ ਉਹਦੇ ਵਿੱਚ ਚਿਣਵਾ ਦਿੱਤਾ ਗਿਆ, ਯਾਦ ਰੱਖਣਾ। ਤੇ ਇਹਨਾਂ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੂੰ 5 ਜਰਨੈਲ ਦਿੱਤੇ ਗਏ, 5 ਤੀਰ ਪਲਸ 5 ਤੀਰ ਪਲਸ ਨਗਾੜਾ ਪਲਸ ਕੇਸਰੀ ਝੰਡਾ, ਕੇਸਰੀ ਝੰਡਾ। ਬੰਦਾ ਸਿੰਘ ਬਹਾਦਰ ਇਹਨਾਂ ਜਰਨੈਲਾਂ ਸਮੇਤ ਪੰਜਾਬ ਵੱਲ ਚੜ੍ਹਾਈ ਕਰ ਚੁੱਕੇ ਨੇ। ਇੱਕ ਬਹੁਤ ਵੱਡਾ ਤੂਫਾਨ ਨੰਦੇੜ ਮਹਾਰਾਸ਼ਟਰ ਤੋਂ ਪੰਜਾਬ ਵੱਲ ਚੜ੍ਹਿਆ ਹੈ ਜਿਹਦਾ ਨਾਂ ਹੈ ਬੰਦਾ ਸਿੰਘ ਬਹਾਦਰ। ਤੇ ਆਪਾਂ ਅੱਗੇ ਚੱਲਦੇ ਹਾਂ। ਹੋਰ ਪਹਿਲੀ ਥਾਂ ਤੇ ਇਹ ਕਿੱਥੇ ਸਭ ਤੋਂ ਪਹਿਲਾਂ ਹਮਲਾ ਕਰਦੇ ਨੇ, ਸੋਨੀਪਤ।
ਕੇਥਲ ਹਮਲਾ। ਜਿਹੜਾ ਦੂਜਾ ਹਮਲਾ ਹੈ ਡੀਅਰ, ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਸੋਨੀਪਤ ਅਤੇ ਕੇਥਲ ਤੇ ਪੰਜਾਬ ਬੰਦਾ ਸਿੰਘ ਬਹਾਦਰ ਦੁਆਰਾ ਕੀ ਕਰ ਲਿਆ ਜਾਂਦਾ ਹੈ? ਕਬਜ਼ਾ ਕਰ ਲਿਆ ਜਾਂਦਾ ਹੈ। ਯਾਦ ਰੱਖਣਾ ਭੁੱਲਣਾ ਨਹੀਂ, ਕਿੱਥੇ ਕਬਜ਼ਾ ਕਰ ਲਿੱਤਾ ਜਾਂਦਾ ਹੈ? ਸੋਨੀਪਤ ਐਂਡ ਕੇਥਲ ਤੇ ਹਮਲਾ ਕਰਕੇ ਦੋਵਾਂ ਥਾਵਾਂ ਤੇ ਬਹੁਤ ਸਾਰਾ ਧਨ ਇਕੱਠਾ ਕੀਤਾ ਜਾਂਦਾ ਹੈ, ਜੋ ਫੌਜਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ। ਇਸ ਨਾਲ ਪੰਜਾਬ ਦੇ ਵਿੱਚ ਜਿਹੜੇ ਸਿੱਖ ਫੌਜ ਨੇ, ਜਿਹੜੀ ਖਾਲਸਾਈ ਫੌਜ ਹੈ, ਉਹਦੀ ਤਾਕਤ ਜਿਹੜੀ ਹੈ ਦੂਣ ਸਵਾਈ ਹੋ ਜਾਂਦੀ ਹੈ। ਇਹ ਪਹਿਲਾ ਹਮਲਾ ਬਹੁਤ ਇੰਪੋਰਟੈਂਟ ਹਮਲਾ ਹੈ, ਯਾਦ ਰੱਖਣਾ ਭੁੱਲਣਾ ਨਹੀਂ ਹੈ। ਨੈਕਸਟ ਉਸ ਤੋਂ ਬਾਅਦ ਲਿਖੋ ਸਮਾਣਾ। ਸਮਾਣਾ, ਸਮਾਣਾ ਬਹੁਤ ਹੀ ਇੰਪੋਰਟੈਂਟ ਲੜਾਈ, ਸਮਾਣਾ ਦੀ ਲੜਾਈ, ਇਹ ਯਾਦ ਰੱਖਣਾ ਭੁੱਲਣਾ ਨਹੀਂ ਹੈ ਡੀਅਰ। ਸਮਾਣਾ ਲੜਾਈ, ਇਹਨੂੰ ਆਪਾਂ ਊੜਾ ਲੜਾਈ, ਕਿਹੜੀ ਲੜਾਈ? ਪਹਿਲੀ ਲੜਾਈ ਐੜਾ। ਸਮਾਣਾ ਦੀ ਲੜਾਈ ਕਿਹੜੇ ਸਾਲ ਲੜੀ ਗਈ ਹੈ ਡੀਅਰ? 1709 ਦੇ ਵਿੱਚ ਲੜੀ ਗਈ ਹੈ। ਇਸ ਵਿੱਚ ਕਿਹੜੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ? ਕਿਹੜੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ? ਸੈयद जलालुद्दीन। कौन ने? सैयद जलालुद्दीन, याद रखना भूलना नहीं है। सैयद जलालुद्दीन, ये कौन है डियर? जलालुद्दीन, ये वो व्यक्ति है जिन्हें 11 नवंबर, ये वो व्यक्ति है जिन्हें 11 नवंबर 1675 ਦੇ ਵਿੱਚ ਹਿੰਦ ਦੀ ਚਾਦਰ ਸ੍ਰੀ ਤੇਗ ਬਹਾਦਰ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਲਮ ਕੀਤਾ ਸੀ। ਕਿਹਦਾ? ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ, ਗੁਰੂ ਜੀ ਤੇਗ ਬਹਾਦਰ, ਨੌਵੇਂ ਪਾਤਸ਼ਾਹ ਗੁਰੂ ਜੀ ਤੇਗ ਬਹਾਦਰ ਦਾ ਸੀਸ ਕਲਮ ਕਰਨ ਵਾਲਾ ਜਲਾਦ ਡੀਅਰ ਕਿਹੜਾ ਹੈ? ਕਿਹੜਾ ਹੈ ਡੀਅਰ? ਸੈयद जलालुद्दीन, ਜਿਹਨੇ 11 ਨਵੰਬਰ 1675 ਦੇ ਵਿੱਚ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ ਕੀ ਕਰ ਦਿੱਤਾ ਜਾਂਦਾ ਹੈ? ਸੀਸ ਕਲਮ ਕਰ ਦਿੱਤਾ ਜਾਂਦਾ ਹੈ। ਉਹ ਵਿਅਕਤੀ ਵਿਸ਼ੇਸ਼ ਕਿਹੜਾ ਹੈ? ਸੈयद जलालुद्दीन। ਤੇ ਫਿਰ ਸਿੰਘ ਹਮੇਸ਼ਾ ਹੀ ਬਦਲਾ ਤਾਂ ਲੈਂਦੇ ਹੈ ਤੇ ਬਦਲਾ ਲਿਆ ਜਾਊਗਾ। ਤੇ ਕਦੋਂ ਲਿਆ ਜਾਊਗਾ? 1709 ਦੀ ਲੜਾਈ ਦੇ ਵਿੱਚ, ਸਮਾਣਾ ਦੀ ਲੜਾਈ ਵਿੱਚ। ਤੇ ਵਿਅਕਤੀ ਬਦਲਾ ਲੈਣ ਵਾਲਾ ਜਰਨੈਲ ਕੌਣ ਹੈ? ਬੰਦਾ ਸਿੰਘ ਬਹਾਦਰ। ਲਿਖੋ ਸੈयद जलालुद्दीन ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸੈयद जलालुद्दीन ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਬਦਲਾ ਲਿਆ ਗਿਆ ਹੈ। ਕਿਹਨਾਂ ਦੀ ਸ਼ਹੀਦੀ ਦਾ ਡੀਅਰ? ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੁਸੀਂ। ਸੈयद जलालुद्दीन ਮੌਤ ਦੇ ਘਾਟ उतार दिता गया, याद रखना भूलना नहीं है। किहड़े साल उतार दिता गया डियर? 1709 ਦੇ ਵਿੱਚ। किहड़े स्थान से उतार दिता गया? समाणा लड़ाई। सैयद जलालुद्दीन मौत के घाट उतार दिता गया। बंदा सिंह गुरु तेग बहादुर जी की शहीदी का बदला कित्थे लिया गया? कित्थे लिया गया? समाणा दे विच लिया गया। किहड़े साल लिया गया? 1709 दे विच लिया गया। ये बहुत इंपॉर्टेंट बैटल है। दूजा बदला लिखो ईडी ऑप्शन सढौरा। दूजा किहड़ा है? सढौरा। सढौरा दी लड़ाई। सढौरा दी लड़ाई ਇਹ ਕਿਹੜੇ ਸਾਲ ਲੜੀ ਗਈ ਹੈ ਡੀਅਰ? 1710 ਦੇ ਵਿੱਚ ਲੜੀ ਗਈ ਹੈ। 1710 ਦੇ ਵਿੱਚ ਲੜੀ ਗਈ ਹੈ। ਇਸ ਸਥਾਨ ਨੂੰ ਕਤਲਗੜੀ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਕਤਲਗੜੀ ਵੀ ਕਿਹਾ ਜਾਂਦਾ ਹੈ। ਸਢੌਰਾ ਦੀ ਲੜਾਈ ਨੂੰ, ਇਸ ਸਥਾਨ ਨੂੰ ਕੀ ਕਿਹਾ ਜਾਂਦਾ ਹੈ? ਕਤਲਗੜੀ ਵੀ ਕਿਹਾ ਜਾਂਦਾ ਹੈ। ਯਾਦ ਰੱਖਣਾ ਭੁੱਲਣਾ ਨਹੀਂ ਹੈ, ਬਹੁਤ ਇੰਪੋਰਟੈਂਟ ਟਰਮ ਹੈ ਪੇਪਰ ਦੇ ਵਿੱਚ। ਤੇ ਇਸ ਦੇ ਵਿੱਚ ਕਿਹਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ? ਉਸਮਾਨ ਖਾਨ। ਕਿਹਨੂੰ? उस्मान खान। ये कौन है? उस्मान खान ये वो व्यक्ति है जिसने पीर बुद्धू शाह नू कतल किया। पीर बुद्धू शाह नू कतल करने वाला व्यक्ति कौन है? उस्मान खान है। पीर बुद्धू शाह नू कतल किहदे द्वारा किया गया है? उस्मान खान द्वारा किया गया। पीर बुद्धू शाह नू कतल किने किया गया? उस्मान खान द्वारा। पीर बुद्धू शाह की देखो ये मुस्लिम है बट ये जरनैल केड़ी सेना दे ने? खालसा सेना दी जरनैल है। देखो डियर पीर बुद्धू शाह एक मुस्लिम है बट वो जरनैल केड़े ने? खालसा फौज दे जरनैल ने। ते केड़ी लड़ाई दे विच सिखां दी अगवाई करदे ने? याद रखना डियर भंगाणी बैटल। कौन सी बैटल? भंगाणी बैटल। याद रखना बिल्कुल नहीं भूलना।
ਭੰਗਾਣੀ ਦੀ ਲੜਾਈ ਇਹ ਕਿਹੜੇ ਸਾਲ ਲੜੀ ਗਈ ਸੀ? ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਲੜਾਈ ਹੈ, ਪਹਿਲੀ ਲੜਾਈ ਭੰਗਾਣੀ ਦੀ ਲੜਾਈ। ਕਿਹੜੇ ਸਾਲ? ਲਿਖੋ ਸਾਲ 1688 ਦੇ ਵਿੱਚ ਇਹ ਲੜਾਈ ਲੜੀ ਗਈ ਹੈ, ਜਿਹਦੇ ਵਿੱਚ ਸਿੱਖ ਫੌਜਾਂ ਦੀ ਅਗਵਾਈ ਕੌਣ ਕਰ ਰਿਹਾ ਸੀ? ਪੀਰ ਬੁੱਧੂ ਸ਼ਾਹ ਕਰ ਰਿਹਾ ਸੀ। ਤੇ ਪੀਰ ਬੁੱਧੂ ਸ਼ਾਹ ਨੂੰ ਸਮਾਂ ਆਉਣ ਤੇ ਕੁਝ ਸਮੇਂ ਬਾਅਦ ਕਿਹਦੇ ਦੁਆਰਾ ਕਤਲ ਕਰ ਦਿੱਤਾ ਜਾਂਦਾ ਹੈ? ਉਸਮਾਨ ਖਾਨ ਦੇ ਦੁਆਰਾ ਕਤਲ ਕਰ ਦਿੱਤਾ ਜਾਂਦਾ ਹੈ। ਯਾਦ ਰੱਖਣਾ ਭੁੱਲਣਾ ਨਹੀਂ ਹੈ। ਤੇ ਫਿਰ ਬਦਲਾ ਤਾਂ ਲਵਾਂਗੇ, ਬਿਲਕੁਲ ਲਵਾਂਗੇ, ਤਿਆਰ ਬਰ ਤਿਆਰ ਹੈ। ਇੱਕ ਮਹਾਨ ਜਰਨੈਲ ਜਿਹਦਾ ਨਾਂ ਹੈ ਬੰਦਾ ਸਿੰਘ ਬਹਾਦਰ, ਤੇ ਇਸ ਵੈਰੀ ਨੂੰ ਕਿੱਥੇ ਮੁਕਾਇਆ ਜਾਂਦਾ ਹੈ ਡੀਅਰ? ਉਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉਸਮਾਨ ਖਾਨ ਨੂੰ ਕੀ ਹੈ? ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਬਦਲਾ ਲਿਆ ਗਿਆ ਹੈ। ਕਿਹਦੇ ਦੁਆਰਾ ਲਿਆ ਗਿਆ ਹੈ ਡੀਅਰ? ਕਿਹਦੇ ਦੁਆਰਾ ਲਿਆ ਗਿਆ ਹੈ? ਬੰਦਾ ਸਿੰਘ ਬਹਾਦਰ ਦੁਆਰਾ। ਕਿਹਦੀ ਮੌਤ ਦਾ ਬਦਲਾ ਲਿਆ ਗਿਆ ਹੈ? ਪੀਰ ਬੁੱਧੂ ਸ਼ਾਹ ਦੀ ਮੌਤ ਦਾ ਬਦਲਾ। ਕਿੱਥੇ ਲਿਆ ਗਿਆ? ਸਡੋਰਾ ਦੀ ਲੜਾਈ ਦੇ ਵਿੱਚ ਲਿਆ ਗਿਆ। ਕਿਹੜੇ ਸਾਲ ਲੜੀ ਗਈ ਹੈ? 1710 ਦੇ ਵਿੱਚ ਲੜੀ ਗਈ ਹੈ। ਕਿਹੜੇ ਵਿਅਕਤੀ ਨੂੰ ਮਾਰਿਆ ਗਿਆ? ਉਸਮਾਨ ਖਾਨ ਦੁਆਰਾ। ਤੇ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾਇਆ ਸੀ। ਪੀਰ ਬੁੱਧੂ ਸ਼ਾਹ ਕਿਹੜੀ ਫੌਜਾਂ ਦੇ ਜਰਨੈਲ ਰਹੇ ਨੇ? ਸਿੱਖ ਫੌਜਾਂ ਦੇ ਜਰਨੈਲ ਰਹੇ ਨੇ। ਤੇ ਕਿਹੜੀ ਲੜਾਈ ਦੇ ਵਿੱਚ ਰਹੇ ਨੇ? ਭੰਗਾਣੀ ਬੈਟਲ, ਜੋ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦੀ ਪੂਰਵ ਖਾਲਸਾ ਕਾਲ ਦੀ ਜੋ ਪਹਿਲੀ ਬੈਟਲ ਹੈ ਭੰਗਾਣੀ ਬੈਟਲ, ਜਿਹਦੇ ਵਿੱਚ ਅਗਵਾਈ ਕੌਣ ਕਰ ਰਿਹਾ ਸੀ? ਪੀਰ ਬੁੱਧੂ ਸ਼ਾਹ ਕਰ ਰਿਹਾ ਸੀ। ਬੰਦਾ ਸਿੰਘ ਬਹਾਦਰ ਨੇ ਇੱਕ ਹੋਰ ਬਦਲਾ ਲੈ ਲਿਆ, ਜਿਹਦਾ ਨਾਂ ਹੈ ਉਸਮਾਨ ਖਾਨ, ਥਾਂ ਹੈ ਸਢੋਰਾ। ਨੈਕਸਟ ਆਪਾਂ ਇੱਕ ਹੋਰ ਲੜਾਈ ਬੰਦਾ ਸਿੰਘ ਬਹਾਦਰ ਦੀ ਪੜਨ ਜਾ ਰਹੇ ਹਾਂ। ਲਿਖੋ ਸਰਹੰਦ ਦੀ ਲੜਾਈ। ਕਿਹੜੀ ਲੜਾਈ ਡੀਅਰ? ਸਰਹਿੰਦ ਦੀ ਲੜਾਈ। ਸਰਹਿੰਦ ਦੀ ਲੜਾਈ। ਇਸ ਲੜਾਈ ਦਾ ਇੱਕ ਹੋਰ ਨਾਂ ਹੈ ਚੱਪੜ ਚਿੜੀ। क्या नाम है डियर? ਚੱਪੜ ਚਿੜੀ। आपको पेपर ਵਿੱਚ क्वेश्चन आ सकता है भी ਚੱਪੜ ਚਿੜੀ ਦਾ ਜੋ ਸਥਾਨ ਹੈ ਵਰਤਮਾਨ ਸਮੇਂ ਦੇ ਵਿੱਚ ਚੱਪੜ ਚਿੜੀ ਕਿੱਥੇ ਹੈ ਡੀਅਰ? SAS ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਮੁਹਾਲੀ ਵੀ ਕਿਹਾ ਜਾਂਦਾ ਹੈ। ਇੱਥੇ ਇੱਕ ਵਿਕਟਰੀ ਟਾਵਰ ਬਣਿਆ ਹੋਇਆ ਹੈ। फतेह बुर्ज, कौन सा बुर्ज बना हुआ है? फतेह बुर्ज। कहाँ पर बना हुआ है डियर? SAS नगर चप्पड़ चिड़ी नामक स्थान कहाँ पर है वर्तमान समय में? SAS नगर मुहाली। याद रखना भूलना नहीं है। किहड़े साल ये लड़ाई हुई है डियर? ਇਹਦੇ ਵਿੱਚ ਦੋ ਤਰੀਕਾਂ ਆਪਾਂ ਨੂੰ ਮਿਲਦੀਆਂ ਨੇ, 22 ਮਈ 1710 ਤੇ ਇੱਕ ਹੋਰ ਤਰੀਕ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ 12 ਮਈ 1710। ਦੋਵੇਂ ਹੀ ਇੰਪੋਰਟੈਂਟ ਨੇ। ਪੇਪਰ ਦੇ ਵਿੱਚ ਕੋਈ ਵੀ ਤਰੀਕ ਠੀਕ ਮੰਨੀ ਜਾ ਸਕਦੀ ਹੈ। ਦੋਵੇਂ ਤਰੀਕਾਂ ਇਕੱਠੀਆਂ ਨਹੀਂ ਆਉਣਗੀਆਂ। ਅਗਰ ਇਕੱਠੀਆਂ ਆ ਗਈਆਂ ਤਾਂ ਤੁਹਾਨੂੰ 1 ਨੰਬਰ ਗ੍ਰੇਸ ਦਾ ਮਿਲ ਜੂਗਾ, ਨਹੀਂ ਇਹਨਾਂ ਵਿੱਚੋਂ ਇੱਕ ਤਰੀਕ ਪੇਪਰ ਜਿਹੜੇ ਐਗਜ਼ਾਮੀਨਰ ਨੇ ਉਹ ਇੱਕ ਤਰੀਕ ਆਪਸ਼ਨ ਦੇ ਵਿੱਚ ਪਾਉਣਗੇ। ਤੇ ਯਾਦ ਰੱਖਣਾ ਹੈ ਸਰਹੰਦ ਦੀ ਲੜਾਈ। ਇਸ ਲੜਾਈ ਦੇ ਵਿੱਚ ਡੀਅਰ ਜਿਹੜੇ ਜਰਨੈਲ ਨੇ, ਯਾਦ ਰੱਖਣਾ ਭੁੱਲਣਾ ਨਹੀਂ ਕਿਹੜੇ ਕਿਹੜੇ ਜਰਨੈਲ ਨੇ, ਤਾਂ ਆਪਾਂ ਮੁਗਲ ਫੌਜਾਂ ਦੀ ਤਰਫ ਜਿਹੜੇ ਜਰਨੈਲ ਮੰਨਦੇ ਹਾਂ, ਮੁਗਲ ਫੌਜ। ਕਿਹੜੀ ਫੌਜ ਡੀਅਰ? ਮੁਗਲ ਫੌਜ। ਮੁਗਲ ਸਾਈਡ ਤੋਂ ਕਿਹੜੇ ਨੇ? ਵਜ਼ੀਰ ਖਾਂ। ਕਿਹੜੇ ਨੇ? ਵਜ਼ੀਰ ਖਾਂ। ਇਹ ਕਿੱਥੋਂ ਦਾ ਗਵਰਨਰ ਹੈ? ਸਰਹੰਦ ਦਾ ਗਵਰਨਰ ਹੈ। ਕਿੱਥੋਂ ਦਾ ਗਵਰਨਰ ਹੈ? ਸਰਹੰਦ ਦਾ ਗਵਰਨਰ। याद रखना भूलना नहीं है। ये भी पेपर ਦੇ ਵਿੱਚ ਪੁੱਛਿਆ ਜਾ ਸਕਦਾ ਹੈ ਵੀ ਸਰਹੰਦ ਦਾ ਗਵਰਨਰ ਕਿਹੜਾ ਰਿਹਾ ਹੈ? ਵਜ਼ੀਰ ਖਾਨ ਰਿਹਾ ਹੈ। ਇੱਕ ਹੋਰ ਵਿਅਕਤੀ ਵਿਸ਼ੇਸ਼ ਹੈ ਸ਼ੇਰ ਮੁਹੰਮਦ ਖਾਨ। ਕੌਣ ਸਾ ਡੀਅਰ? ਸ਼ੇਰ ਮੁਹੰਮਦ ਖਾਨ। ਇਹ ਕਿੱਥੋਂ ਦੇ ਗਵਰਨਰ ਨੇ? ਮਲੇਰਕੋਟਲਾ। ਮਲੇਰਕੋਟਲਾ ਦੇ ਸੂਬੇਦਾਰ ਨੇ। ਮਲੇਰਕੋਟਲਾ ਗਵਰਨਰ। ਯਾਦ ਰੱਖਣਾ ਭੁੱਲਣਾ ਨਹੀਂ ਹੈ। ਮਲੇਰਕੋਟਲਾ ਗਵਰਨਰ ਕਿਹੜੇ ਨੇ? ਸ਼ੇਰ ਮੁਹੰਮਦ ਖਾਨ। ਤੇ ਇੱਕ ਹੋਰ ਵਿਅਕਤੀ ਵਿਸ਼ੇਸ਼ ਆਪਾਂ ਨੂੰ ਮਿਲਦਾ ਹੈ ਜਿਹਦਾ ਨਾਮ ਹੈ ਸੁੱਚਾਨੰਦ। ਕਿਆ ਨਾਮ ਹੈ? ਸੁੱਚਾਨੰਦ। ਇਹ ਲੋਕ ਕਿਹੜੀ ਸਾਈਡ ਨੇ? ਮੁਗਲ ਸਾਈਡ ਨੇ। ਦੂਜੀ ਤਰਫ ਆਪਾਂ ਵੇਖਦੇ ਹਾਂ ਜਿਹੜੇ ਸਿੱਖਾਂ ਦੀ ਸਾਈਡ ਕਿਹੜੇ ਕਿਹੜੇ ਮੇਨ ਜਰਨੈਲ ਮੰਨੇ ਗਏ ਨੇ? ਖਾਲਸਾ ਫੌਜ। ਖਾਲਸਾ ਫੌਜ। ਇਹਦੇ ਵਿੱਚ ਜੋ ਮਾਝੇ ਦੇ ਜਰਨੈਲ ਨੇ ਇੰਪੋਰਟੈਂਟ ਡੀਅਰ, ਮਾਝਾ ਜਰਨੈਲ ਵਿਨੋਦ ਸਿੰਘ। ਕਿਹੜੇ ਨੇ? ਵਿਨੋਦ ਸਿੰਘ। ਯਾਦ ਰੱਖਣਾ ਭੁੱਲਣਾ ਨਹੀਂ ਹੈ। ਬਹੁਤ ਹੀ ਇੰਪੋਰਟੈਂਟ ਜਰਨੈਲ ਵਿਨੋਦ ਸਿੰਘ। ਉਸ ਤੋਂ ਬਾਅਦ ਜਿਹੜੇ ਮਾਲਵਾ ਜਰਨੈਲ ਨੇ, ਮਾਲਵਾ ਜਰਨੈਲ ਫਤਿਹ ਸਿੰਘ ਪਲਸਬਾਜ ਸਿੰਘ ਐਂਡ
ਕਰਮ ਸਿੰਘ, याद रखना भुलना नहीं है। ये जरनैल जिन्हां विचकार ये लड़ाई लड़ी गई है, सरहद की लड़ाई, जिन्हों पंजाब हिस्टरी दे विच चप्पड़ चिड़ी की लड़ाई भी कहा जाता है। ये बहुत इंपॉर्टेंट लड़ाई है। तो इस लड़ाई दे विच फतेह सिंह द्वारा वजीर खान का सीस कलम कर दिता जाता है। वजीर खान का सीस कलम कर दिता जाता है। फतेह सिंह द्वारा वजीर खान का की है डियर सीस कलम कर दिता जाता है। किहड़ी लड़ाई दे विच? चप्पड़ चिड़ी की लड़ाई विच। किहड़ी कदों लड़ी गई है? 12 मई 22 मई 1710 दे विच लड़ी गई है, जिहदे विच जरनैल ने माझे जरनैल विनोद सिंह, मालवे के जरनैल फतेह प्लस बाज सिंह प्लस करम सिंह ते फतेह सिंह द्वारा वजीर खान का की है सीस कलम कर दिता जाता है। ये बदला लिया गया डियर, किहदा बदला लिया गया है? छोटे साहिबजादियां दा। किहदा बदला लिया गया है? छोटा साहिबजादा। छोटा साहिबजादा। छोटे साहिबजादे किहड़े-किहड़े ने? छोटा साहिबजादा बदला लिया गया है। किनू मौत दे घाट उतार के डियर? किनू मौत दे घाट उतारिया गया है? वजीर खान नू। किनू? वजीर खान, जो कित्थों दा गवर्नर है डियर? सरहंद दा गवर्नर है। छोटा साहिबजादियां नू शहीद करवाया गया है। जिहड़े छोटे साहिबजादे ने लिखो जोरावर सिंह प्लस फतेह सिंह। जोरावर प्लस फतेह सिंह। किहड़े समय इन्हों शहीद करवाया गया वजीर खान द्वारा डियर? बहुत ही इंपॉर्टेंट तारीख है 26 दिसंबर 1704। किहड़ी तारीख है? 26 दिसंबर 1704। छोटा साहिबजादा बाबा जोरावर सिंह बाबा फतेह सिंह नू शहीद करवा दिता जाता है वजीर खान के द्वारा। तो भारतीय गवर्नमेंट ने एक विशेष दिन जिहड़ा इन्हां वास्ते मनाया जाता है वीर बाल दिवस। कौन सा दिवस है डियर? वीर बाल दिवस। याद रखना भूलना नहीं है, ये बहुत इंपॉर्टेंट है वीर बाल दिवस। तो ये इंपॉर्टेंट लड़ाई है बंदा सिंह बहादुर दी। सरहंद फतेह, चप्पड़ चिड़ी, समाणा, सडोरा, सोनीपत एंड कैथल, ये इंपॉर्टेंट लड़ाइयाँ बंदा सिंह बहादुर दी। इस तो बाद बंदा सिंह बहादुर नू एक होर लड़ाई का सामना करना पैंदा है। लिखो लोहगढ़ की लड़ाई। किहड़ी लड़ाई है डियर? लोहगढ़ की लड़ाई। लोहगढ़ की लड़ाई। लोहगढ़ की लड़ाई। इस विच इंपॉर्टेंट जिहड़ा टर्म है डियर बंदा सिंह बहादुर की राजधानी। बंदा सिंह बहादुर की जिहड़ी राजधानी है वो किहड़ी है? बंदा सिंह बहादुर राजधानी इस लोहगढ़। कौन सी है डियर? लोहगढ़। इसका एक और नाम हमें मिलता है मुखलिसपुर। कौन सा नाम है? मुखलिसपुर। मुखलिसपुर। और ये कहाँ पर है? अब हरियाणा में है। कहाँ पर है? ये वर्तमान समय में ये जगह कहाँ पर है? हरियाणा में है। याद रखना भूलना नहीं है। यमुनानगर हरियाणा दे विच बंदा सिंह बहादुर की राजधानी तुहानूं पेपर दे विच पूछी जा सकती है। बंदा सिंह बहादुर का किला पूछा जाता है। किहड़ा किला है डियर? लोहगढ़ का किला, जो बंदा बहादुर की राजधानी है लोहगढ़। एक होर नाम आपां नूं मिलता है मुखलिसपुर। किहड़ा नाम मिलता है? मुखलिसपुर। ते फिर हिंदुस्तान बादशाह इस समय किहड़े ने? ते ये लड़ाई किहड़े टाइम लड़ी गई है डियर? जिहड़ा साल है वो 1712 दे विच लड़ी गई ये लड़ाई है लोहगढ़ की लड़ाई। इस टाइम हिंदुस्तान का बादशाह कौन है डियर? हिंदुस्तान बादशाह जो वर्तमान समय दे विच केंद्री शक्ति जिहड़ी है वो किन्हां दे हत्थ विच है? बहादुर शाह। बहादुर शाह। जदों पंजाब दे विच वजीर खान नूं कतल कर दिता जाता है, पंजाब दे विच जिहड़ी मुगल हकूमत दे जड़ां तक हिला दी जाती है, उस तो बाद जिहड़ी मुगल हकूमत है वो बहुत ज़्यादा अपने आप दे विच रोस है। तो उस रोस दे विच बहादुर शाह जिहड़े है वो एक 60,000 फौजां जिहड़ी है वो चढ़ाई कर देंदी है। कित्थे कर देंदी है डियर? लोहगढ़ के किले ते कर देंदी है। तो किहड़े साल करदी है? साल 1712 दे विच कीती जांदी है, जिन्हों लोहगढ़ की लड़ाई भी कहा जाता। बहुत ही इंपॉर्टेंट। किन्ने सैनिक बहादुर शाह ने भेजे है डियर? किन्ने भेजे है? लोहगढ़ की चढ़ाई उपर 60,000 सैनिक तूफान की तरह पंजाब की धरती वल वध रहे हैं। किन्हां दी अगवाई हेठ वध रहे हैं? अगवाई इन्हां दी कौन कर रहा है? मुनीम खां। कौन कर रहा है डियर?
मुनीम खां, याद रखना भूलना नहीं है, बहुत ही इंपॉर्टेंट क्वेश्चन। मुनीम खां ते इस लड़ाई दे विच लोहगढ़ दा जिहड़ा किला है, देखो लोहगढ़ दे किले नूं चारों तरफ मुगल फौजां द्वारा घेर लिया जाता है। हुण बंदा सिंह बहादुर लई ये समा बहुत औखा समा है, बट बंदा सिंह बहादुर बहुत ही सूझवान, बहुत ही जरनैल, बहुत ही विलक्षण शख्सियत के मालक बंदा सिंह बहादुर इस घेरे तो निकलते ने। ते इस घेरे की अगवाई कौन करता है? एक व्यक्ति विशेष है, गुलाब सिंह। कौन करता है डियर? गुलाब सिंह। सिख फौजां की अगवाई कौन करता है? गुलाब सिंह। याद रखना भुलना नहीं है। तो फिर बंदा सिंह बहादुर चोर दरवाजे राही इस लड़ाई तो निकल जाते ने। कित्थे निकल जाते ने डियर? शिवालिक दी पहाड़ियां वाल। किधर? शिवालिक दी पहाड़ियां दे विच चले जाते ने। मुगल फौजां नूं लगदा है भी बंदा सिंह बहादुर लड़ाई लड़ रहा है, बट इस तरह बिल्कुल नहीं है। बंदा सिंह बहादुर दा भेस किने धारण कर रखा है? गुलाब सिंह ने कर रखा है। जदों ये गल मुगलों नूं पता लगती है, लोहगढ़ किले नूं वो बिल्कुल कब्जा कर लेंदे ने। फिर उन्होंने पता लगता है भी बंदा सिंह बहादुर तां बच निकलिया है ते अपने हत्थे किला लग्या, पर बंदा सिंह बहादुर नहीं लग्या। ते मुगलों की एक बार जिहड़ी नीयत है उसते फिर दोबारा पानी फिर जाता है। याद रखना भुलना नहीं है। बहुत ही इंपॉर्टेंट लड़ाई, लोहगढ़ की लड़ाई किले साल 1712 दे विच। उस समय हिंदुस्तान बादशाह कौन सी? बहादुर शाह। अगवाई कौन कर सी? मुनीम खां। ते एक बार जिहड़ा पंजाब दे विच लोहगढ़ के किले ते किन्हां दा कब्जा हो जाता है डियर? मुगल फौजां दा कब्जा हो जाता है। नैक्सट हुण जिहड़ा आउण वाला समा है इहदे विच डियर पंजाब दे विच या हिंदुस्तान दे विच सत्ता परिवर्तन हुंदा है। की हुंदा है? सत्ता परिवर्तन हुंदा है। ते सत्ता परिवर्तन किवें हुंदा है डियर? पंजाब गवर्नर किनू बना दिता जाता है? इज पंजाब गवर्नर जो है वो किनू बना दिता जाता है? अब्दुस समंद खां पंजाब गवर्नर। याद रखना भुलना नहीं है। अब्दुस समंद खां किहड़े साल बनाया गया है? 1712 दे विच बनाया गया। याद रखना है। तो इस समय हिंदुस्तान का बादशाह भी चेंज हो गया है। हिंदुस्तान बादशाह बहादुर शाह की मौत तो बाद हिंदुस्तान का जो बादशाह बनता है उसका नाम है फरुख शिहार। याद रखना भुलना नहीं है, बहुत ही इंपॉर्टेंट है फरुख शिहार। बंदा सिंह बहादुर छुट-पुट लड़ाइयां कर रहे ने, सिखां मुगलों की फौजां नूं लुट रहे ने। इस समस्या तो तंग आउंदे होए जो सिर दर्द जो मुगलों का बन चुकिया पंजाब दे विच, उस शख्सियत का नाम बंदा सिंह बहादुर। बचपन का नाम लक्ष्मण दास, बंदा बिरागी, इजमादो दास, गुरबख्श। ये गल्लां याद रखनियां। इन्हां दा जन्म कित्थे होया? राजौरी कश्मीर दे विच होया। किहड़े साल होया? 1670 दे विच होया डियर। बहुत ही इंपॉर्टेंट टर्म है। इन्हां दी राजधानी किहड़ी है? मुखलिसपुर लोहगढ़, जो वर्तमान समय दे विच कित्थे है डियर? कित्थे है? वर्तमान समय दे विच जो राजधानी हरियाणे दे विच है। इन्हां दा जो इंपोर्टेंट इन्हां दा समाज दे विच योगदान रहा है, इन्हां ने जिमींदारी प्रथा नूं खत्म किया है, पहला सिख राज कायम किया है, पहली बार गुरुआं दे नां ते सिक्के चलाए ने बंदा सिंह बहादुर ने। ते मरे हुए लोगों के विच शासन व्यवस्था नूं किवें संभालना है, उन्हां दे विच जोश पैदा करने वाला जरनैल कौन है? सरदार बंदा सिंह बहादुर। याद रखना भुलना नहीं है। तो इस तो बाद गुरदास नंगल की लड़ाई। किहड़ी लड़ाई डियर? गुरदास नंगल की लड़ाई। गुरदास नंगल ये लड़ाई कदों लड़ी गई है डियर? गुरदास नंगल की लड़ाई साल 1715 दे विच। इस लड़ाई दे विच जो अगवाई कर रहा है वो कौन कर रहा है? पंजाब गवर्नर अब्दुस समंद खां। पंजाब गवर्नर अब्दुस समंद खां। पंजाब गवर्नर अब्दुस समंद खां। अब्दुस समंद खां ये दूनी चंद की जो हवेली है जिथे बंदा सिंह बहादुर प्लस विनोद सिंह ने उन्होंने चारों तरफ घेर लेंदे ने। यह घेरा महीनों तक चलता है। तो उस समय जिहड़े बंदा सिंह बहादुर के जिहड़े इंपोर्टेंट साथी इंपोर्टेंट जरनैल ने विनोद सिंह, वो बंदा सिंह बहादुर का साथ छड्ड देंदे ने। तां इस घेरे दे विच बंदा सिंह विनोद सिंह द्वारा साथ छड्ड दिता जाता है। विनोद सिंह द्वारा
ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਦਿੱਤਾ ਜਾਂਦਾ ਹੈ ਤੇ ਵਿਨੋਦ ਸਿੰਘ ਇਸ ਘੇਰੇ ਤੋਂ ਨਿਕਲ ਜਾਂਦੇ ਨੇ। ਬੰਦਾ ਸਿੰਘ ਬਹਾਦਰ ਦਾ ਵਿਨੋਦ ਸਿੰਘ ਦੁਆਰਾ ਸਾਥ ਛੱਡ ਦਿੱਤਾ ਜਾਂਦਾ ਹੈ। ਕਿੱਥੇ ਡੀਅਰ? ਸਾਲ 1715 ਦੇ ਵਿੱਚ ਕਿੱਥੇ ਡੀਅਰ? ਦੂਨੀ ਚੰਦ ਦੀ ਹਵੇਲੀ, ਗੁਰਦਾਸ ਨੰਗਲ ਦੀ ਲੜਾਈ 1715 ਵਿੱਚ। ਇਸ ਲੜਾਈ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੀ ਕਰ ਲਿਆ ਜਾਂਦਾ ਹੈ? ਕੈਦ ਕਰ ਲਿਆ ਜਾਂਦਾ ਹੈ। ਬੰਦਾ ਸਿੰਘ ਬਹਾਦਰ ਨੂੰ ਕੈਦ ਕਰ ਲਿਆ ਜਾਂਦਾ ਹੈ। ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆਊਗਾ ਡੀਅਰ, ਕੈਦ ਕਰ ਲਿਆ ਜਾਂਦਾ ਹੈ। ਤੁਹਾਨੂੰ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਵੀ ਕਿਹੜੇ ਸਾਲ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ ਗਿਆ? ਸਾਲ 1715। ਕਿਹੜੀ ਲੜਾਈ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ ਗਿਆ? ਗੁਰਦਾਸ ਨੰਗਲ ਦੀ ਲੜਾਈ। ਕਿਹੜੇ ਸਿੱਖ ਜਰਨੈਲ ਨੇ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਦਿੱਤਾ? ਵਿਨੋਦ ਸਿੰਘ ਦੁਆਰਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਦਿੱਤਾ। ਬੰਦਾ ਸਿੰਘ ਬਹਾਦਰ ਬਿਲਕੁਲ ਇਕੱਲੇ ਰਹਿ ਚੁੱਕੇ ਨੇ, ਰਸਦ ਪਾਣੀ ਮੁੱਕ ਚੁੱਕਿਆ ਹੈ, ਹਥਿਆਰ ਮੁੱਕ ਚੁੱਕੇ ਨੇ। ਬਹੁਤ ਜ਼ਿਆਦਾ ਸਿੱਖ ਜਰਨੈਲ, ਸਿੱਖ ਸੈਨਾਪਤੀ, ਜੋ ਸਿੱਖ ਆਪਣੇ ਸੈਨਾ ਹੈ ਉਹ ਵੀ ਮਾਰੀ ਗਈ ਹੈ। ਹੁਣ ਇਕੱਲਾ ਬੰਦਾ ਬਹਾਦਰ ਬਹੁਤ ਵੱਡੀ ਸੈਨਾ ਨਾਲ ਟਾਕਰਾ ਨਹੀਂ ਕਰ ਸਕਦਾ ਤੇ ਅਖੀਰ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਅਬਦੁਲ ਸਮਦ ਖਾਨ ਦੁਆਰਾ ਕੈਦ ਕਰ ਲਿਆ ਜਾਂਦਾ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਤੁਹਾਡੇ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ। ਸ਼ਹੀਦੀ ਬਹੁਤ ਹੀ ਇੰਪੋਰਟੈਂਟ ਇਹ ਡੇਟ, ਇਹ ਪੰਜਾਬ ਹਿਸਟਰੀ ਦੇ ਵਿੱਚ ਬਹੁਤ ਇੰਪੋਰਟੈਂਟ ਟਾਈਮ ਹੈ। ਲਿਖੋ 9 ਜੂਨ 1716 ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਡੀਅਰ ਕਿੱਥੇ ਸ਼ਹੀਦ ਕਰ ਦਿੱਤਾ ਜਾਂਦਾ ਹੈ? ਇਹ ਬਹੁਤ ਇੰਪੋਰਟੈਂਟ ਟਰਮ ਹੈ। ਤਾਂ ਲਿਖੋ ਦਿੱਲੀ ਦੇ ਵਿੱਚ। ਕਿੱਥੇ ਡੀਅਰ? ਦਿੱਲੀ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੀ ਕਰ ਦਿੱਤਾ ਜਾਂਦਾ ਹੈ? ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਸ ਸਮੇਂ ਹਿੰਦੁਸਤਾਨ ਬਾਦਸ਼ਾਹ ਕੌਣ ਹੈ ਡੀਅਰ? ਕੌਣ ਹੈ? ਹਿੰਦੁਸਤਾਨ ਬਾਦਸ਼ਾਹ ਫਰੁਖਸ਼ੀਰ ਹੈ। ਕੌਣ ਹੈ ਡੀਅਰ? ਫਰੁਖਸ਼ੀਰ। ਦੇਖੋ ਡੀਅਰ, ਜਦੋਂ ਬੰਦਾ ਸਿੰਘ ਬਹਾਦਰ ਨੂੰ ਅਬਦੁਲ ਸਮਦ ਦੁਆਰਾ ਕੈਦ ਕਰ ਲਿਆ ਜਾਂਦਾ ਹੈ ਤਾਂ ਪੰਜਾਬ ਤੋਂ ਦਿੱਲੀ ਤੱਕ ਬੰਦਾ ਸਿੰਘ ਬਹਾਦਰ ਨੂੰ ਇੱਕ ਪਿੰਜਰੇ ਦੇ ਵਿੱਚ ਕੈਦ ਕੀਤਾ ਜਾਂਦਾ ਹੈ। ਉਹਦੇ ਵਿੱਚ ਇੱਕ ਤਲਵਾਰਧਾਰੀ ਵੀ ਉਹਦੇ ਪਿੱਛੇ ਬਿਠਾਇਆ ਜਾਂਦਾ ਹੈ, ਕਿਉਂਕਿ ਬੰਦਾ ਸਿੰਘ ਬਹਾਦਰ ਜਾਦੂ ਟੋਣਿਆਂ ਦਾ ਮਾਹਿਰ ਹੈ ਤੇ ਮੁਗਲਾਂ ਨੂੰ ਇਹ ਸ਼ੱਕ ਹੈ ਕਿ ਇਹ ਗਾਇਬ ਹੀ ਨਾ ਹੋ ਜੇ। ਕੀ ਨਾ ਹੋ ਜੇ? ਇਹ ਗਾਇਬ ਹੀ ਨਾ ਹੋ ਜੇ। ਇਸ ਲਈ ਬੰਦ ਪਿੰਜਰੇ ਦੇ ਵਿੱਚ ਇੱਕ ਵਿਅਕਤੀ ਵਿਸ਼ੇਸ਼, ਇੱਕ ਸੈਨਾਪਤੀ ਨੂੰ ਬੰਦਾ ਸਿੰਘ ਬਹਾਦਰ ਦੇ ਪਿੱਛੇ ਖੜਾ ਦਿੱਤਾ ਜਾਂਦਾ ਹੈ ਤੇ ਪਿੱਛੇ 2000 ਸਿੱਖਾਂ ਦੇ ਤੂੜੀ ਨਾਲ ਭਰੇ ਹੋਏ ਸਿਰ ਬਾਂਸਾਂ ਦੇ ਵਿੱਚ ਟੰਗ ਕੇ ਪੂਰੀ ਦਿੱਲੀ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਇਹ ਜਲੂਸ ਕੱਢਿਆ ਜਾਂਦਾ ਹੈ ਤੇ ਬਹੁਤ ਸਾਰੇ ਤਸੀਹੇ ਦੇ ਕੇ, ਬਹੁਤ ਹੀ ਦਰਦਨਾਕ ਤਸੀਹੇ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਕੀ ਕਰ ਦਿੱਤਾ ਜਾਂਦਾ ਹੈ? ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਹਨਾਂ ਦੇ ਸਰੀਰ ਤੋਂ ਗਰਮ ਸਲਾਈਆਂ ਨਾਲ ਮਾਸ ਕੱਢ ਲਿਆ ਜਾਂਦਾ ਹੈ। ਉਹਨਾਂ ਦਾ ਇੱਕ ਪੁੱਤਰ ਵੀ ਉਹਨਾਂ ਦੇ ਨਾਲ ਸੀ। ਬੰਦਾ ਸਿੰਘ ਬਹਾਦਰ ਦੀ ਜੋ ਸੰਤਾਨ ਹੈ, ਪਲਸ ਕਿਹੜੇ ਵਿਅਕਤੀ ਨਾਲ ਸ਼ਹੀਦ ਹੋਣੇ ਦਾ? ਅਜੇ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ। ਬੰਦਾ ਸਿੰਘ ਬਹਾਦਰ ਦੇ ਨਾਲ ਬੰਦਾ ਬਹਾਦਰ ਦਾ ਪੁੱਤਰ, ਇਹ ਬਹੁਤ ਛੋਟਾ ਬੱਚਾ ਹੈ। ਬੰਦਾ ਸਿੰਘ ਬਹਾਦਰ ਦਾ ਕੀ ਹੈ? ਅਜੇ ਸਿੰਘ ਪੁੱਤਰ ਹੈ। ਅਜੇ ਸਿੰਘ ਬੰਦਾ ਸਿੰਘ ਬਹਾਦਰ ਦਾ ਪੁੱਤਰ ਕੌਣ ਹੈ ਡੀਅਰ? ਅਜੇ ਸਿੰਘ ਹੈ। ਯਾਦ ਰੱਖਣਾ, ਭੁੱਲਣਾ ਨਹੀਂ ਹੈ। ਦੇਖੋ ਡੀਅਰ, ਅਜੇ ਸਿੰਘ ਦਾ ਜਿਹੜਾ ਕਾਲਜਾ ਕੱਢ ਕੇ, ਜਿਹੜਾ ਦਿਲ ਕੱਢ ਕੇ ਉਹ ਬੰਦੇ ਸਿੰਘ ਬਹਾਦਰ ਦੇ ਕੀ ਹੈ? ਮੂੰਹ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਬਹੁਤ ਹੀ ਦਰਦਨਾਕ ਮੌਤ ਹੋਈ ਹੈ ਡੀਅਰ, ਕਿਹੜੇ ਦੀ? ਅਜੇ ਸਿੰਘ ਦੀ। ਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਹ ਪੰਜਾਬ ਹਿਸਟਰੀ ਦਾ ਬਹੁਤ ਹੀ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਹੀ ਕਾਲਾ ਦਿਨ ਹੈ, ਜਿਹਦੇ ਵਿੱਚ ਪੰਜਾਬ ਦੀ ਵਾਗਡੋਰ ਸੰਭਾਲਣ ਵਾਲਾ ਇੱਕ ਮਹਾਨ ਜਰਨੈਲ ਸਾਨੂੰ ਕੀ ਦੇ ਚੁੱਕਿਆ? ਸਦੀਵੀ ਵਿਛੋੜਾ ਦੇ ਚੁੱਕਿਆ ਹੈ, ਜੋ ਆਪਣੇ ਹੀ ਤੇ ਇਸ ਸ਼ਹੀਦੀ ਤੋਂ ਬਾਅਦ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਆਇਆ ਹੈ। ਕਿੱਥੇ ਸ਼ਹੀਦ ਕੀਤਾ ਗਿਆ ਬੰਦਾ ਸਿੰਘ ਬਹਾਦਰ ਨੂੰ? ਦਿੱਲੀ ਦੇ ਵਿੱਚ ਕੀਤਾ ਗਿਆ ਹੈ। ਕਿਹੜੀ ਤਰੀਕ ਨੂੰ ਕੀਤਾ ਗਿਆ? 9 ਜੂਨ 1716 ਦੇ ਵਿੱਚ। ਜਦੋਂ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ ਨੇ, ਉਹਨਾਂ ਨਾਲ ਹਜ਼ਾਰਾਂ ਸਿੱਖਾਂ ਨੂੰ ਵੀ ਕੈਦ ਮਤਲਬ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਛੋਟੇ ਪੁੱਤਰ ਨੂੰ ਵੀ ਉਹਨਾਂ ਦੇ ਨਾਲ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਸ ਸਮੇਂ ਪੰਜਾਬ ਦਾ ਜੋ ਗਵਰਨਰ ਹੈ ਉਹ ਅਬਦੁਲ ਸਮਦ ਖਾਨ ਹੈ। ਹਿੰਦੁਸਤਾਨ ਦਾ ਜੋ ਗਵਰਨਰ ਹੈ ਉਹ ਕਿਹੜਾ ਹੈ? ਫਰੁਖਸ਼ੀਰ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਹੁਣ ਆਪਾਂ ਬੰਦਾ ਸਿੰਘ ਬਹਾਦਰ ਦੇ ਕੁਝ ਖਾਸ ਉਪਲਬਧੀਆਂ ਬਾਰੇ
ਚਾਨਣਾ ਪਾਵਾਂਗੇ ਵੀ ਇਹਨਾਂ ਨੇ ਕੀ ਇੰਪੋਰਟੈਂਟ ਸਮਾਜ ਦੇ ਵਿੱਚ ਪਰਿਵਰਤਨ ਕੀਤੇ। ਤਾਂ ਸਭ ਤੋਂ ਇੰਪੋਰਟੈਂਟ ਇਹਨਾਂ ਨੇ ਜੋ ਜ਼ਮੀਂਦਾਰੀ ਪ੍ਰਥਾ ਦਾ ਅੰਤ ਕੀਤਾ ਹੈ। ਕਿਹੜੀ ਪ੍ਰਥਾ ਦਾ ਅੰਤ ਕੀਤਾ ਹੈ? ਜ਼ਮੀਂਦਾਰੀ ਪ੍ਰਥਾ। ਜ਼ਮੀਂਦਾਰੀ ਪ੍ਰਥਾ ਦਾ ਅੰਤ। ਵੱਡੇ ਜ਼ਮੀਂਦਾਰਾਂ ਤੋਂ ਜ਼ਮੀਨਾਂ ਖੋਹ ਕੇ ਛੋਟੇ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ। ਜ਼ਮੀਂਦਾਰੀ ਪ੍ਰਥਾ ਦਾ ਅੰਤ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਪੀਪੀਐਸਸੀ ਦਾ ਸਭ ਤੋਂ ਫੇਵਰਿਟ ਕੁਐਸਚਨ ਹੈ। ਜ਼ਮੀਂਦਾਰੀ ਪ੍ਰਥਾ ਦਾ ਅੰਤ ਪੰਜਾਬ ਦੇ ਵਿੱਚ ਕਿਹੜੇ ਜਰਨੈਲ ਦੁਆਰਾ ਕੀਤਾ ਗਿਆ ਹੈ? ਬੰਦਾ ਸਿੰਘ ਬਹਾਦਰ। ਵੱਡੇ 2-2000 5-5000 6-6000 10-10000 ਕਿੱਲਿਆਂ ਦੇ ਮਾਲਕਾਂ ਨੂੰ ਉੱਥੋਂ ਖਦੇੜ ਦਿੱਤਾ ਗਿਆ ਹੈ ਤੇ ਜੋ ਜ਼ਮੀਨ ਹੈ ਛੋਟੇ ਕਿਸਾਨਾਂ ਨੂੰ ਵੰਡ ਦਿੱਤੀ ਗਈ ਹੈ ਤਾਂ ਕਿ ਉਹਨਾਂ ਦਾ ਜੀਵਨ ਸੁਖਾਲਾ ਨਿਕਲੇ, ਉਹਨਾਂ ਨੂੰ ਕਿਸੇ ਜ਼ਿਮੀਂਦਾਰ ਕੋਲ ਜਾਣ ਦੀ ਲੋੜ ਨਾ ਹੋਵੇ। ਇਹ ਬਹੁਤ ਇੰਪੋਰਟੈਂਟ ਘਟਨਾ ਪੰਜਾਬ ਦੇ ਵਿੱਚ ਜ਼ਮੀਂਦਾਰੀ ਪ੍ਰਥਾ ਦਾ ਅੰਤ। ਨੈਕਸਟ ਜੋ ਇਹਨਾਂ ਨੇ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਹੈ। ਪਹਿਲਾ ਖਾਲਸਾ ਰਾਜ ਕੌਣ ਸਥਾਪਿਤ ਕਰਦੇ ਨੇ ਡੀਅਰ? ਬੰਦਾ ਸਿੰਘ ਬਹਾਦਰ ਕਰਦੇ ਨੇ। ਤੇ ਇਹ ਪਹਿਲਾ ਖਾਲਸਾ ਰਾਜ ਕਿੰਨੇ ਤੋਂ ਕਿੰਨੇ ਸਮੇਂ ਤੱਕ ਹੈ? 1708 ਤੋਂ 1716 ਤੱਕ। ਯਾਦ ਰੱਖਣਾ ਹੈ, ਭੁੱਲਣਾ ਨਹੀਂ ਹੈ ਡੀਅਰ, ਬਹੁਤ ਹੀ ਇੰਪੋਰਟੈਂਟ ਹੈ। ਤੇ ਪਹਿਲੀ ਵਾਰ ਗੁਰੂਆਂ ਦੇ ਨਾਂ ਦੇ ਸਿੱਕੇ ਚਲਾਏ ਨੇ। ਪਹਿਲੀ ਵਾਰ ਗੁਰੂਆਂ ਦੇ ਨਾਂ ਦੇ ਸਿੱਕੇ, ਗੁਰੂਆਂ ਦੇ ਨਾਂ ਦੇ ਸਿੱਕੇ ਚਲਾਏ ਗਏ ਨੇ। ਬੰਦਾ ਸਿੰਘ ਬਹਾਦਰ ਦੀ ਜਿਹੜੀ ਰਾਜਧਾਨੀ ਹੈ ਉਹ ਕਿਹੜੀ ਹੈ ਡੀਅਰ? ਰਾਜਧਾਨੀ ਕਿਹੜੀ ਹੈ? ਲੋਹਗੜ੍ਹ ਹੈ। ਯਾਦ ਰੱਖਣਾ, ਭੁੱਲਣਾ ਨਹੀਂ ਹੈ। ਲੋਹਗੜ੍ਹ ਬਹੁਤ ਹੀ ਇੰਪੋਰਟੈਂਟ, ਜਿਹਨੂੰ ਮੁਖਲਿਸਪੁਰ ਵੀ ਕਿਹਾ ਜਾਂਦਾ ਹੈ। ਮੁਖਲਿਸਪੁਰ ਬਹੁਤ ਹੀ ਇੰਪੋਰਟੈਂਟ, याद रखना है, भुलना नहीं है। मुखलिसपुर देखो, ये बहुत सारे इंपॉर्टेंट क्वेश्चन ने बंदा सिंह बहादुर बारे। अगर तुसी इस लैक्चर नूं दोबारा रिवीजन करना चाहोगे तो रिवीजन करके भी कर सकते हो। बहुत बहुत थैंक यू, बहुत बहुत प्यार देने लई तुहाडा बहुत सारिਆਂ ਦਾ बहुत बहुत कोटि कोटि धन्यवाद। निर्मल सर ते सारथी एजुकेटर दे परिवार वालों तुहाडे सारिਆਂ ਦਾ एक बार फिर बहुत बहुत धन्यवाद।